ਸਰ ਜਿਹੜੀ ਤੁਸੀਂ ਰਿਪੋਰਟ ਪੇਸ਼ ਕੀਤੀ ਸੀਗੀ ਉਹ ਵੀ ਉਸ ਟਾਈਮ ਸਾਬਕਾ ਸਰਕਾਰ ਜਿਹੜੀ ਸੀਗੀ ਉਹ ਅਮਰਿੰਦਰ ਸਿੰਘ ਦੀ ਸੀਗੀ। ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਵੀ ਲਿਆਉਣ ਦੀ ਗੱਲ ਕੀਤੀ ਸੀ, ਉੱਥੇ ਡਿਸਕਸ ਕਰਨ ਦੀ ਗੱਲ ਹੋਈ, ਸਾਰੀਆਂ ਚੀਜ਼ਾਂ ਚੱਲੀਆਂ, ਪਰ ਤੁਹਾਡੀ ਰਿਪੋਰਟ ਜਿਹੜੀ ਸੀ ਉਹ ਕਾਫੀ ਰੈਲੇਵੈਂਟ ਸੀ। ਜਿਹੜੀ ਸਿੱਟ ਆਈ ਹੈ ਇਸਨੇ ਚਲਾਨ ਪੇਸ਼ ਕੀਤਾ ਉਹ ਬੇਸਿਕਲੀ ਉਹਨਾਂ ਲਾਈਨਸ ਤੇ ਹੀ ਹੈ ਜਿਸ ਲਾਈਨਸ ਤੇ ਮੇਰੀ ਰਿਪੋਰਟ ਸੀ। ਕੀ ਤੁਹਾਡੀ ਰਿਪੋਰਟ ਦੇ ਵਿੱਚ ਐਸੇ ਕੋਈ ਮੈਂਸ਼ਨ ਸੀਗੇ ਜਿਸ ਦੇ ਆਲੇ ਦੁਆਲੇ ਹੁਣ ਕੰਮ ਸ਼ੁਰੂ ਹੋਇਆ ਜਾਂ ਕਹਿ ਸਕਦੇ ਹਾਂ ਇਸ ਟਾਈਮ ਜਾ ਕੇ ਕਿਤੇ ਸਿਰੇ ਲੱਗੇ? ਇਹਦੇ ਵਿੱਚ ਮੈਂ ਮੇਰੀ ਫਾਈਂਡਿੰਗ ਸੀਗੀ ਕਿ ਸੁਮੇਧ ਸਿੰਘ ਸੈਣੀ ਤੇ ਪ੍ਰਕਾਸ਼ ਸਿੰਘ ਬਾਦਲ ਉਹ ਜਿਹੜੇ ਨੇ ਉਹ ਜ਼ਿੰਮੇਵਾਰ ਨੇ, ਰਿਸਪੌਂਸਿਬਲ ਨੇ ਜਿਹੜੇ ਕੋਟਕਪੂਰਾ ਚ ਇੰਸੀਡੈਂਟ ਪਕੜ ਕੇ ਰੱਖਿਆ ਹੋਇਆ ਹੈ। ਤੇ ਕਿਉਂ ਇੰਨਾ ਟਾਈਮ ਕਿਉਂ ਲੱਗ ਗਿਆ ਸਰ, ਜਦ ਇਨਕੁਆਇਰੀ ਇੰਨੇ ਸਾਫ਼ ਤਰੀਕੇ ਦੇ ਨਾਲ ਕਮਿਸ਼ਨ ਨੇ ਪ੍ਰੈਜ਼ੈਂਟ ਕਰ ਦਿੱਤੀ ਸੀ? ਇਨਕੁਆਇਰੀ ਜਿਹੜੀ ਹੁੰਦੀ ਉਹ ਫੈਕਟ ਫਾਈਂਡਿੰਗ ਹੁੰਦੀ ਹੈ। ਸਾਡਾ ਜਿਹੜੇ ਸੀ ਉਹ ਕਮਿਸ਼ਨ ਦੀ ਇਨਕੁਆਇਰੀ ਸੀ। ਇਨਵੈਸਟੀਗੇਸ਼ਨ ਦੇ ਵਿੱਚ ਉਹ ਸਾਰੇ ਤੱਥ ਜਿਹੜੇ ਹੁੰਦੇ ਨੇ ਉਹਨਾਂ ਨੂੰ ਇਕੱਠਾ ਕਰਕੇ ਉਸ ਨਜ਼ਰੀਏ ਤੋਂ ਦੇਖਿਆ ਜਾਂਦਾ ਹੈ ਕਿ ਉਹ ਕੋਰਟ ਦੇ ਵਿੱਚ ਕਾਮਯਾਬ ਹੋ ਸਕਣ, ਤੇ ਉਹ ਕੁਝ ਫਰਦਰ ਡਿਟੇਲ ਹੁੰਦੀ ਹੈ। ਤੇ ਫਿਰ ਇਨਵੈਸਟੀਗੇਸ਼ਨ ਕੋਲ ਜਿਹਦਾ ਪਾਵਰ ਵੀ ਥੋੜੀ ਜਿਹੀ ਜ਼ਿਆਦਾ ਹੁੰਦੀ ਹੈ ਇਨਕੁਆਇਰੀ ਨਾਲ। ਡੀਜੀਪੀ ਅੱਗੇ ਨਹੀਂ ਦੱਸਦਾ ਕਿ ਮੈਂ ਜਦੋਂ ਉਹਨਾਂ ਨੂੰ ਬਾਦਲ ਸਾਹਿਬ ਨੂੰ ਕੀ ਰਿਪੋਰਟ ਦਿੱਤੀ ਵੀ ਉੱਥੇ ਕੀ ਸਿਚੁਏਸ਼ਨ ਹੈ ਤੇ ਮੈਂ ਕੀ ਕਰਨ ਜਾ ਰਿਹਾ। ਓਬਵੀਅਸਲੀ ਜੋ ਉਹਨੇ ਜੋ ਕੀਤਾ ਹੈ ਇਹ ਕਨਕਲੂਜਨ ਹੋਏਗਾ ਕਿ ਉਹਨੇ ਉਹੀ ਦੱਸਿਆ ਜੋ ਉਹਨੇ ਉੱਥੇ ਕੀਤਾ। ਇਹਦਾ ਮਤਲਬ ਕਿ ਬਾਦਲ ਸਾਹਿਬ ਉਹਦੇ ਨਾਲ ਕਨਕਰ ਕੀਤੇ ਕਿ ਹਾਂ ਇਸ ਤਰ੍ਹਾਂ ਹੋਣਾ ਚਾਹੀਦਾ ਹੈ। ਫਿਰ ਇਸ ਦਾ ਹੋਰ ਵੀ ਨਤੀਜਾ ਇਹ ਹੈ ਕਿ ਉਸ ਤੋਂ ਬਾਅਦ ਫਿਰ 3-4 ਘੰਟੇ ਬਾਅਦ ਉੱਥੇ ਜਾ ਕੇ ਫਿਰ ਗੋਲੀ ਬਹਿਬਲ ਕਲਾਂ ਚੱਲਦੀ ਹੈ। ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਪਿਛਲੇ ਦਿਨਾਂ 1-2 ਦਿਨ ਦੇ ਵਿੱਚ ਕੋਈ ਨਵੀਆਂ ਡਿਵੈਲਪਮੈਂਟਸ ਹੋਈਆਂ ਨੇ, ਖਾਸ ਕਰਕੇ ਜੇ ਕੋਟਕਪੂਰਾ ਜਿਹੜਾ ਗੋਲੀकांड ਹੈਗਾ ਉਹਨੂੰ ਲੈ ਕੇ। ਉਹਦੇ ਵਿੱਚ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਉਹਨਾਂ ਦੇ ਜਿਹੜੇ ਨਾਮ ਆਏ ਨੇ, ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਹੋਰਾਂ ਦੇ। SIT ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਉਹਦੀ ਗੱਲ, ਹਾਈ ਕੋਰਟ ਦੀ ਗੱਲ, ਤੇ ਖਾਸ ਕਰਕੇ ਇਸ 'ਚ ਕਮਿਸ਼ਨ ਬੈਠੇ ਸੀਗੇ, ਜੋਰਾ ਸਿੰਘ ਕਮਿਸ਼ਨ, ਫਿਰ ਰਣਜੀਤ ਸਿੰਘ ਕਮਿਸ਼ਨ, ਜਸਟਿਸ ਰਣਜੀਤ ਸਿੰਘ ਜਿਹੜੇ ਨੇ ਉਹ ਕਮਿਸ਼ਨ ਬੈਠਿਆ ਸੀਗਾ ਅਮਰਿੰਦਰ ਸਿੰਘ ਵੇਲੇ। ਇਹ ਗੱਲ ਜਿਹੜੀ ਹੈ ਟੇਬਲ ਵੀ ਕੀਤੀ ਗਈ ਕਿਉਂਕਿ ਅਮਰਿੰਦਰ ਸਿੰਘ ਜਿਹੜੇ ਸੀਗੇ ਸਾਬਕਾ ਮੁੱਖ ਮੰਤਰੀ, ਉਹਨਾਂ ਨੇ ਕਿਹਾ ਸੀਗਾ ਕਿ ਵਿਧਾਨ ਸਭਾ 'ਚ ਟੇਬਲ ਕੀਤੀ ਜਾਏਗੀ ਜਿਹੜੀ ਰਿਪੋਰਟ ਹੈਗੀ ਹੈ। ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਹੁਣ ਇਸ ਲਈ ਦੁਬਾਰਾ ਕਰਨੀਆਂ ਥੋੜ੍ਹੀਆਂ ਰੈਲੇਵੈਂਟ ਹੋ ਜਾਂਦੀਆਂ ਕਿਉਂਕਿ ਇਹ ਗੱਲ ਜਿਹੜੀ ਹੈ ਅੱਗੇ ਵਧੀ ਹੈ। ਬਹੁਤ ਲੰਮਾ ਸਮਾਂ ਹੋ ਗਿਆ ਇਸ ਨੂੰ, ਇਸ ਇੰਸੀਡੈਂਟ ਨੂੰ, ਕੋਟਕਪੂਰਾ ਗੋਲੀकांड ਨੂੰ, ਤੇ ਇਸ 'ਤੇ ਬਾਰ-ਬਾਰ ਜਿਹੜੇ ਹੈਗੇ ਬਹੁਤ ਸਾਰੇ ਮੁਜ਼ਾਹਰੇ ਹੋਏ ਨੇ, ਖਾਸ ਕਰਕੇ ਉਸ 'ਤੇ ਜਿਹੜੀ ਹੈਗੀ ਉੱਥੇ ਧਰਨੇ ਮੁਜ਼ਾਹਰੇ ਦਿੱਤੇ ਗਏ ਨੇ। ਤੇ ਸਾਡੇ ਨਾਲ ਅੱਜ ਬਣੇ ਹੋਏ ਨੇ ਜਸਟਿਸ ਰਣਜੀਤ ਸਿੰਘ ਜਿਹੜੇ ਕਮਿਸ਼ਨ ਨੂੰ ਹੈਡ ਕਰ ਰਹੇ ਸੀਗੇ, ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਸੀ। ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮਿਹਰਬਾਨੀ, ਸ਼ੁਕਰੀਆ ਜੀ, ਥੈਂਕ ਯੂ ਜੀ। ਸਰ ਕੀ ਕਹੋਗੇ, ਫਸਟ ਤੁਹਾਡਾ ਕਮੈਂਟ? ਹਾਂ, ਲੋਕੀ ਜਸਟਿਸ ਦੀ ਭਾਲ ਵਿੱਚ ਸੀਗੇ ਤੇ ਜੇ ਹੁਣ ਚਲਾਨ ਪੇਸ਼ ਹੋਇਆ ਤੇ ਆਈ ਥਿੰਕ ਜਸਟਿਸ ਵੱਲ ਇੱਕ ਪਹਿਲ ਹੈ। ਜੀ ਜੀ ਸਰ, ਜਿਹੜੀ ਤੁਸੀਂ ਰਿਪੋਰਟ ਪੇਸ਼ ਕੀਤੀ ਸੀਗੀ ਉਹ ਵੀ ਉਸ ਟਾਈਮ ਸਾਬਕਾ ਸਰਕਾਰ ਜਿਹੜੀ ਸੀਗੀ ਉਹ ਅਮਰਿੰਦਰ ਸਿੰਘ ਦੀ ਸੀਗੀ। ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਵੀ ਲਿਆਉਣ ਦੀ ਗੱਲ ਕੀਤੀ ਸੀ, ਉੱਥੇ ਡਿਸਕਸ ਕਰਨ ਦੀ ਗੱਲ ਹੋਈ, ਸਾਰੀਆਂ ਚੀਜ਼ਾਂ ਚੱਲੀਆਂ, ਪਰ ਤੁਹਾਡੀ ਰਿਪੋਰਟ ਜਿਹੜੀ ਸੀ ਉਹ ਕਾਫੀ ਰੈਲੇਵੈਂਟ ਸੀ ਕਿਉਂਕਿ ਤੁਹਾਡੇ ਤੋਂ ਪਹਿਲੇ ਜਸਟਿਸ ਜੋਰਾ ਸਿੰਘ ਹੋਣਾ ਦੀ ਰਿਪੋਰਟ ਸੀਗੀ। ਉਹ ਤਾਂ ਕਹਿੰਦੇ ਸੀ ਵੀ ਉਸੇ ਸਰਕਾਰ ਨੇ ਜਿਹੜੀ ਪੰਥਕ ਸਰਕਾਰ ਸੀਗੀ, ਅਕਾਲੀ ਦਲ ਦੀ ਸਰਕਾਰ ਸੀ, ਉਹਨਾਂ ਨੇ ਫੜੀ ਵੀ ਨਹੀਂ ਸੀਗੀ, ਬੜੀਆਂ ਉੱਥੇ ਗੱਲਾਂ ਹੋਈਆਂ ਸੀ। ਤੁਹਾਡੀ ਰਿਪੋਰਟ ਬਹੁਤ ਜ਼ਿਆਦਾ ਮਤਲਬ ਕਿ ਸੀਰੀਅਸ ਟੇਕ ਤੇ ਨੋਟ ਤੇ ਦਿੱਤੀ ਗਈ ਸੀਗੀ। ਇਸ ਤਰ੍ਹਾਂ ਜੀ, ਮੇਰੀ ਜਿਹੜੀ ਰਿਪੋਰਟ ਸੀਗੀ ਉਹ ਗਵਰਨਮੈਂਟ ਨੂੰ ਪ੍ਰੈਜ਼ੈਂਟ ਹੋਈ ਸੀ ਔਰ ਉਹ ਰਿਪੋਰਟ ਫਿਰ ਵਿਧਾਨ ਸਭਾ 'ਚ ਵੀ ਪੇਸ਼ ਹੋਈ ਔਰ ਵਿਧਾਨ ਸਭਾ ਤੇ ਉਸ ਚਰਚੇ ਤੋਂ ਬਾਅਦ ਉਹ ਯੂਨੈਨਿਮਸਲੀ ਐਕਸੈਪਟ ਹੋਈ ਸੀ। ਹਾਂਜੀ, ਉਸ ਤੇ ਫਿਰ ਐਕਸ਼ਨ ਹੋਇਆ ਔਰ ਇੰਪਲੀਮੈਂਟੇਸ਼ਨ ਹੋਈ। ਉਸ ਤੋਂ ਬਾਅਦ ਹੀ ਸਿਟਸ ਕਨਸਟੀਟਿਊਟ ਹੋਈਆਂ ਸੀ ਜਿਹੜੀਆਂ ਬਾਅਦ ਵਿੱਚ ਕਿਸੇ ਵਜ੍ਹਾ ਕਰਕੇ ਸਿਰੇ ਨਾ ਲੱਗ ਸਕੀਆਂ ਬਿਕੋਜ਼ ਕੋਈ ਹਾਈ ਕੋਰਟ ਦੀ ਇੰਟਰਫੇਰੈਂਸ ਸੀਗੀ। ਤੇ ਉਸ ਤੋਂ ਬਾਅਦ ਵਿੱਚ ਹੁਣ ਜਿਹੜੀ ਸਿੱਟ ਆਈ ਹੈ ਇਸਨੇ ਚਲਾਨ ਪੇਸ਼ ਕੀਤਾ ਉਹ ਬੇਸਿਕਲੀ ਉਹਨਾਂ ਲਾਈਨਸ ਤੇ ਹੀ ਹੈ ਜਿਸ ਲਾਈਨਸ ਤੇ ਮੇਰੀ ਰਿਪੋਰਟ ਸੀ। SIT ਇਸ ਟਾਈਮ ਜਿਹੜੀ LK ਯਾਦਵ ਵਾਲੀ ਬਣੀ ਹੋਈ ਹੈ, ਇਹਨਾਂ ਨੇ ਕਾਫੀ ਵਾਰੀ ਜਿਹੜਾ ਹੈਗਾ ਮਤਲਬ ਕਿ ਪੁੱਛਤਾਛ ਦੇ ਲਈ ਵੱਡੇ ਬਾਦਲ ਨੇ ਉਹਨਾਂ ਕੋਲ ਵੀ ਗਏ ਤੇ ਸੁਖਬੀਰ ਬਾਦਲ ਉਹਨਾਂ ਕੋਲ ਵੀ ਗਏ। ਤੁਹਾਡੀ ਜਿਹੜੀ ਰਿਪੋਰਟ ਦੇ ਵਿੱਚ ਆਮ ਤੌਰ ਤੇ ਇਹੀ ਕਿਉਰਿਓਸਿਟੀ ਵੀ ਲੋਕਾਂ ਨੂੰ ਰਹਿੰਦੀ ਹੈ ਤੇ ਖਾਸ ਕਰਕੇ ਜੇ ਗੱਲ ਕਰੀਏ ਬਾਰ-ਬਾਰ ਪੋਲੀਟੀਕਲ ਸਰਕਲਸ ਦੇ ਵਿੱਚ ਵੀ ਜਾਂ ਆਮ ਬੰਦੇ ਨੂੰ ਵੀ, ਕੀ ਤੁਹਾਡੀ ਰਿਪੋਰਟ ਦੇ ਵਿੱਚ ਐਸੇ ਕੋਈ ਮੈਂਸ਼ਨ ਸੀਗੇ ਜਿਸ ਦੇ ਆਲੇ ਦੁਆਲੇ ਹੁਣ ਕੰਮ ਸ਼ੁਰੂ ਹੋਇਆ ਜਾਂ ਕਹਿ ਸਕਦੇ ਹਾਂ ਇਸ ਟਾਈਮ ਜਾ ਕੇ ਕਿਤੇ ਸਿਰੇ ਲੱਗਿਆ? ਹਾਂਜੀ, ਬੇਸਿਕਲੀ ਮੇਰੇ
ਜਿਹੜੀ ਬਹਿਬਲ ਕਲਾਂ ਬਰਗਾੜੀ ਤੇ ਹੋਰ ਵੀ ਬੜੇ ਸਾਰੇ ਮੁੱਦੇ ਸੀ ਜਿਨ੍ਹਾਂ ਤੇ ਮੇਰੀ ਇਨਕੁਆਇਰੀ ਰਿਪੋਰਟ ਸੀਗੀ। ਇਹਦੇ ਵਿੱਚ ਮੇਰੀ ਫਾਈਂਡਿੰਗ ਸੀਗੀ ਕਿ ਸੁਮੇਧ ਸਿੰਘ ਸੈਣੀ ਤੇ ਪ੍ਰਕਾਸ਼ ਸਿੰਘ ਬਾਦਲ ਉਹ ਜਿਹੜੇ ਨੇ ਉਹ ਜ਼ਿੰਮੇਵਾਰ ਨੇ, ਰਿਸਪੌਂਸਿਬਲ ਨੇ ਜਿਹੜੇ ਕੋਟਕਪੂਰਾ 'ਚ ਇੰਸੀਡੈਂਟ ਹੋਇਆ ਉਹਦੇ 'ਚ ਉਹਨਾਂ ਜਾਂ ਰੋਕ ਸਕਦੇ ਸੀ, ਉਹਨਾਂ ਰੋਕਿਆ ਨਹੀਂ, ਜਾਂ ਉਹਨਾਂ ਨੇ ਕੋਈ ਜਿਹੜੀ ਸੁਮੇਧ ਸਿੰਘ ਸੈਣੀ ਦੀ ਐਕਸ਼ਨ ਲੈਣ ਦੀ ਜਿਹੜੀ ਉਹਦੇ ਵਿਚਾਰ ਸੀ ਉਹਦੇ ਨਾਲ ਸਹਿਮਤੀ ਪ੍ਰਗਟ ਕੀਤੀ। ਐਸੀ ਕੁਝ ਮੇਰੀ ਫਾਈਂਡਿੰਗ ਸੀ ਜਿਸ ਹਿਸਾਬ ਤੇ ਮੈਂ ਉਹਨਾਂ ਨੂੰ ਇੰਡਿਕਟ ਕੀਤਾ ਸੀ ਕਿ ਉਹ ਨੌਲੇਜ ਵਿੱਚ ਸੀ ਉਹਨਾਂ ਦੇ ਵਿੱਚ ਜੋ ਕੁਝ ਉੱਥੇ ਰਾਤ ਨੂੰ ਹੋਇਆ। ਤੇ ਉਸੇ ਲਾਈਨ ਦੇ ਉੱਤੇ ਹੀ ਜਿਹੜੀ SIT ਦੀ ਜਿਹੜੀ ਹੈਗੀ ਹੈ ਰਿਪੋਰਟ ਉਹ ਨਜ਼ਰ ਆ ਰਹੀ ਹੈ। ਸਰ ਤੁਸੀਂ ਬਹੁਤ ਜ਼ਿਆਦਾ ਇਸ ਤੇ ਕੰਮ ਕੀਤਾ ਸੀਗਾ ਔਰ ਡੈਫੀਨੇਟਲੀ ਬੜੀ ਪ੍ਰੋਮੀਨੈਂਟ ਤੁਹਾਡੀ ਹੋਈ ਸੀ ਰਿਪੋਰਟ ਔਰ ਚਰਚਾ 'ਚ ਬਹੁਤ ਆਈ ਸੀ। ਜ਼ੋਰਾ ਸਿੰਘ ਵਾਲੀ ਰਿਪੋਰਟ ਵੀ ਆਈ ਸੀ ਪਰ ਤੁਹਾਡੀ ਤਾਂ ਬਹੁਤ ਜ਼ਿਆਦਾ ਚਰਚਾ 'ਚ ਆਈ ਸੀਗੀ। ਵਿਧਾਨ ਸਭਾ ਤੇ ਆਉਣਾ ਮਾਇਨੇ ਰੱਖਦਾ ਹੈ। ਉਸ ਦੇ ਬਾਅਦ ਸਰ ਫਿਰ ਵੀ ਇੰਨਾ ਲੰਮਾ ਟਾਈਮ ਲੱਗ ਗਿਆ, ਕਿੰਨੀਆਂ ਸਿਟਸ ਆਈਆਂ, ਕਿੰਨੀਆਂ ਚਲੇ ਗਈਆਂ ਔਰ ਉਹਦੇ ਬਾਅਦ ਹੁਣ LK ਯਾਦਵ ਵਾਲੀ ਸਿਟ ਨੇ ਵੀ ਕਾਫੀ ਵਾਰ ਇਸ ਤੇ ਬਾਰ-ਬਾਰ ਕਦੀ ਮਤਲਬ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਈਵਨ ਜੇ ਸਾਬਕਾ DGP ਦੀ ਗੱਲ ਕੀਤੀ ਜਾਏ ਸੁਮੇਧ ਸੈਣੀ ਹੋਣੀ, ਉਹਨਾਂ ਨੂੰ ਵੀ ਉਹ ਜਿਹੜੇ ਮਤਲਬ ਕਿ ਬਾਰ-ਬਾਰ ਬੁਲਾਇਆ ਗਿਆ, ਕੀਤਾ ਗਿਆ, ਪਰ ਫਿਰ ਵੀ ਖਿੰਡਦਾ ਹੋਇਆ ਨਜ਼ਰ ਆਉਂਦਾ ਸੀ ਵਿੱਚ ਪਕੜ ਕੇ ਰੱਖਿਆ ਹੋਇਆ ਹੈ। ਤੇ ਕਿਉਂ ਇੰਨਾ ਟਾਈਮ ਕਿਉਂ ਲੱਗ ਗਿਆ ਸਰ ਜਦ ਇੰਨੀ ਜਦ ਇਨਕੁਆਇਰੀ ਇੰਨੇ ਸਾਫ਼ ਤਰੀਕੇ ਦੇ ਨਾਲ ਕਮਿਸ਼ਨ ਨੇ ਪ੍ਰੈਜ਼ੈਂਟ ਕਰ ਦਿੱਤੀ ਸੀਗੀ? ਇਸ ਤਰ੍ਹਾਂ ਗੱਲ ਹੈ ਜੀ ਕਿ ਇਨਕੁਆਇਰੀ ਤੇ ਇਨਵੈਸਟੀਗੇਸ਼ਨ 'ਚ ਥੋੜਾ ਫਰਕ ਹੁੰਦਾ। ਇਨਕੁਆਇਰੀ ਜਿਹੜੀ ਹੁੰਦੀ ਉਹ ਫੈਕਟ ਫਾਈਂਡਿੰਗ ਹੁੰਦੀ ਹੈ। ਸਾਡਾ ਜਿਹੜਾ ਸੀ ਉਹ ਕਮਿਸ਼ਨ ਦੀ ਇਨਕੁਆਇਰੀ ਸੀ। ਇਨਵੈਸਟੀਗੇਸ਼ਨ ਦੇ ਵਿੱਚ ਉਹ ਸਾਰੇ ਤੱਤ ਜਿਹੜੇ ਹੁੰਦੇ ਨੇ ਉਹਨਾਂ ਨੂੰ ਇਕੱਠਾ ਕਰਕੇ ਉਸ ਨਜ਼ਰੀਏ ਤੋਂ ਦੇਖਿਆ ਜਾਂਦਾ ਹੈ ਕਿ ਉਹ ਕੋਰਟ ਦੇ ਵਿੱਚ ਕਾਮਯਾਬ ਹੋ ਸਕਣ ਤੇ ਉਹ ਕੁਝ ਫਰਦਰ ਡਿਟੇਲ ਹੁੰਦੀ ਹੈ। ਤੇ ਫਿਰ ਇਨਵੈਸਟੀਗੇਸ਼ਨ ਕੋਲ ਜਿਹਦਾ ਪਾਵਰ ਵੀ ਥੋੜੀ ਜਿਹੀ ਜ਼ਿਆਦਾ ਹੁੰਦੀ ਹੈ ਇਨਕੁਆਇਰੀ ਨਾਲੋਂ, ਉਹ ਡੂੰਘੇ ਤੌਰ ਤੇ ਜਾ ਸਕਦੇ ਉਹਨਾਂ ਕੋਲ ਇਨਵੈਸਟੀਗੇਸ਼ਨ ਦੀਆਂ। ਤੇ ਕਮਿਸ਼ਨ ਦੇ ਕੋਲ ਜਿਹੜੀਆਂ ਇਨਕੁਆਇਰੀ ਕਮਿਸ਼ਨ ਹੁੰਦਾ ਹੈ ਉਹਦੇ ਕੋਲ ਕੁਝ ਲਿਮਿਟੇਸ਼ਨਸ ਹੁੰਦੀਆਂ ਨੇ ਉਹਨਾਂ ਦੀਆਂ। ਹਾਂਜੀ, ਜਿਸ ਤਰ੍ਹਾਂ ਕਿ ਇਹਨਾਂ ਨੇ ਬਹੁਤ ਸਾਰੇ ਲੋਕਾਂ ਨੇ ਬਾਈਕਾਟ ਕੀਤਾ ਸੀ, ਕਮਿਸ਼ਨ ਦੇ ਵਿੱਚ ਪੇਸ਼ ਨਹੀਂ ਹੋਏ, ਤੇ ਉਹਨਾਂ ਨੂੰ ਜੋ ਅਸੀਂ ਸੰਮਨ ਕਰ ਸਕਦੇ ਸੀ ਉਹਨਾਂ ਨੂੰ ਫੋਰਸ ਵੀ ਕਰ ਸਕਦੇ ਸੀ, ਪਰ ਉਹ ਇੱਕ ਪੋਲੀਟੀਕਲ ਮੁੱਦਾ ਬਣ ਜਾਂਦਾ। ਉਹ ਇਸ ਕਰਕੇ ਮਤਲਬ ਕਿ ਉਹਨੂੰ ਅਵੋਇਡੈਂਸ ਕੀਤੀ ਜਾਂਦੀ ਹੈ। ਤੇ ਉਹ ਜਿਹੜੇ ਕਨਕਲੂਸ਼ਨ ਹੁੰਦੇ ਨੇ ਉਹ ਬੇਸਿਸ ਆਫ ਜਿਹੜੀ ਐਵੀਡੈਂਸ ਤੁਹਾਡੇ ਕੋਲ ਮਟੀਰੀਅਲ ਹੁੰਦਾ ਉਸ ਤੇ ਹੀ ਤੁਸੀਂ ਆਪਣੇ ਕਨਕਲੂਸ਼ਨ ਡਰਾ ਕਰ ਸਕਦੇ ਹੋ। ਜੀ ਜੀ। ਤੇ ਇਸ ਤਰ੍ਹਾਂ ਹੀ ਅਸੀਂ ਕੀਤਾ ਤੇ ਸਾਡੇ ਕੋਲ ਬਟ ਫਿਰ ਵੀ ਸਫੀਸ਼ੀਐਂਟ ਐਵੀਡੈਂਸ ਆ ਗਈ ਸੀ ਜਿਹਦੇ ਵਿੱਚ ਇਹ ਸਾਬਤ ਹੋ ਰਿਹਾ ਸੀ ਕਿ ਉਸ ਦਿਨ 14 ਤਰੀਕ ਦੀ ਰਾਤ ਨੂੰ ਆਪਣਾ ਪਹਿਲੇ ਡਿਪਟੀ ਕਮਿਸ਼ਨਰ ਸਾਹਿਬ ਨਾਲ ਔਰ ਉਹਨਾਂ ਨੇ ਕਿਹਾ ਕਿ ਉੱਥੇ ਉਹ ਸ਼ਾਂਤਮਈ ਲੋਕ ਬੈਠੇ ਨੇ, ਆਪਾਂ ਨੂੰ ਕੋਈ ਐਕਸ਼ਨ ਲੈਣ ਦੀ ਲੋੜ ਨਹੀਂ ਹੈਗੀ। ਪਰ ਫਿਰ ਥੋੜੀ ਦੇਰ ਬਾਅਦ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਉਹ ਕਹਿੰਦੇ ਨੇ ਡਿਪਟੀ ਕਮਿਸ਼ਨਰ ਨੂੰ ਤੁਸੀਂ DGP ਨਾਲ ਗੱਲ ਕਰੋ। ਤਾਂ DGP ਨਾਲ ਜਦੋਂ ਗੱਲ ਹੁੰਦੀ ਤੇ DGP ਬੜਾ ਉਹਨਾਂ ਨੂੰ ਦੱਸਦਾ ਹੈ ਕਿ ਮੈਂ 10 ਮਿੰਟ ਤੁਹਾਨੂੰ ਸ਼ਹਿਰ ਖਾਲੀ ਕਰਾ ਕੇ ਤੁਹਾਨੂੰ ਸਾਰਾ ਕੁਝ ਕਬਜ਼ਾ ਦੇ ਦਿਆਂਗਾ ਜਾਂ ਕੁੰਜੀਆਂ ਪਕੜਾ ਦਿਆਂਗਾ। ਤਾਂ ਉਸ ਦੇ ਸਬਸੀਕੁਐਂਟਲੀ ਫਿਰ ਐਕਸ਼ਨ ਹੁੰਦਾ ਉੱਥੇ ਜਿੱਥੇ ਗੋਲੀ ਚੱਲਦੀ ਹੈ, ਕੋਈ ਜ਼ਖਮੀ ਹੁੰਦੇ ਨੇ ਬੰਦੇ, ਤਾਂ ਬੜਾ ਵੱਡਾ ਪੁਲਿਸ ਐਕਸ਼ਨ ਹੁੰਦਾ ਹੈ। ਔਰ ਫਿਰ ਸੈਣੀ ਨੇ ਸਾਡੇ ਸਾਹਮਣੇ ਕਮਿਸ਼ਨ ਦੇ ਸਾਹਮਣੇ ਇੱਕ ਲੈਟਰ ਦੇ ਜ਼ਰੀਏ ਇਹ ਵੀ ਮੰਨਿਆ ਸੀ ਕਿ ਰਾਤ ਨੂੰ 2 ਵਜੇ ਚੀਫ ਮਿਨਿਸਟਰ ਨਾਲ ਉਹਨਾਂ ਦੀ ਗੱਲ ਹੁੰਦੀ ਹੈ ਔਰ ਚੀਫ ਮਿਨਿਸਟਰ ਸਾਹਿਬ ਨੇ ਉਹਨੂੰ ਪੁੱਛਿਆ ਸੀ ਕਿ ਉਹ ਉੱਥੇ ਕੀ ਸਿਚੁਏਸ਼ਨ ਹੈ ਔਰ ਤੁਸੀਂ ਕੀ ਕਰ ਰਹੇ ਹੋ, ਪਰ ਉਹ ਅੱਗੇ ਨਹੀਂ ਦੱਸਦੇ ਕਿ ਹਾਂ ਕੀ ਕਰਨਾ ਚਾਹੁੰਦੇ ਨੇ ਜਾਂ ਕੀ ਉਹਨਾਂ ਨੇ ਚੀਫ ਮਿਨਿਸਟਰ ਨੂੰ ਰਿਪੋਰਟ ਕੀਤੀ। ਤੇ ਚੀਫ ਮਿਨਿਸਟਰ ਦਾ ਫਿਰ DC ਨੂੰ ਕਹਿਣਾ ਕਿ ਤੁਸੀਂ DGP ਨਾਲ ਗੱਲ ਕਰੋ। ਓਬਵੀਅਸਲੀ ਫਿਰ ਇਹਨਾਂ ਨੇ ਜੋ ਕੁਝ ਫੈਸਲਾ ਉੱਥੇ ਹੋਇਆ ਜਾਂ ਜੋ ਕੁਝ ਕਾਰਵਾਈ ਹੋਈ ਉਹ ਇਸੇ ਹੀ ਇਹਨਾਂ ਦੀ ਕਹਿ ਸਕਦੇ ਹੋ ਕਿ ਤੁਸੀਂ ਕਨਕਰੈਂਸ ਨਾਲ ਹੋਈ ਜਾਂ ਇਹਨਾਂ ਦੀ ਜਾਂ ਕਿ ਚੀਫ ਮਿਨਿਸਟਰ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਜੋ ਕੁਝ ਅਲਟੀਮੇਟਲੀ ਹੋਇਆ ਚੀਫ ਮਿਨਿਸਟਰ ਉਹਦਾ ਭਾਈਵਾਲ ਸੀ। ਇਹੀ ਸਾਡੀ ਕਮਿਸ਼ਨ ਦੀ ਫਾਈਂਡਿੰਗ ਸੀ। ਮੀਨਸ ਕਹਿਣਾ ਇਸ ਤਰੀਕੇ ਨਾਲ ਸਮਝਿਆ ਜਾਵੇ ਕਿ ਉਹਨਾਂ ਦੀ ਨੌਲੇਜ 'ਚ ਸੀਗਾ ਸਾਰਾ ਕੁਝ, ਨੰਬਰ 1। ਨੰਬਰ 2, ਜੇ ਇਸ ਤਰੀਕੇ ਦਾ ਹੁੰਦਾ ਤਾਂ ਉਹਨੂੰ ਆਰਡਰ ਕਰਨਾ ਵੀ ਕਰੋ ਜਾਂ ਨਾ ਕਰੋ, ਅੱਗੇ ਵਧੋ ਜਾਂ ਨਾ ਕਰੋ, ਜਾਂ ਜੇ ਤੁਸੀਂ ਕੁਝ ਵੀ ਨਹੀਂ ਕਹਿ ਰਹੇ ਤਾਂ ਇਹਦੇ ਵੀ ਆਪਣੇ ਮਾਇਨੇ ਨਿਕਲਦੇ ਆ ਜੀ। ਨਹੀਂ, ਇਸ ਤਰ੍ਹਾਂ ਗੱਲ ਹੈ ਨਾ ਕਿ ਜਦੋਂ DGP ਅੱਗੇ ਨਹੀਂ ਦੱਸਦਾ ਕਿ ਮੈਂ ਜਦੋਂ ਉਹਨਾਂ ਨੂੰ ਬਾਦਲ ਸਾਹਿਬ ਨੂੰ ਕੀ ਰਿਪੋਰਟ ਦਿੱਤੀ ਵੀ ਉੱਥੇ ਕੀ ਸਿਚੁਏਸ਼ਨ ਹੈ ਤੇ ਮੈਂ ਕੀ ਕਰਨ ਜਾ ਰਿਹਾ, ਓਬਵੀਅਸਲੀ ਜੋ ਉਹਨੇ ਜੋ ਕੀਤਾ ਹੈ ਇਹ ਕਨਕਲੂਜਨ ਹੋਏਗਾ ਕਿ ਉਹਨੇ ਉਹੀ ਦੱਸਿਆ ਜੋ ਉਹਨੇ ਉੱਥੇ ਕੀਤਾ। ਤੇ ਫਿਰ ਬਾਦਲ ਸਾਹਿਬ ਨੇ ਉਹਨੂੰ ਨਹੀਂ ਰੋਕਿਆ, ਇਹਦਾ ਮਤਲਬ ਕਿ ਬਾਦਲ ਸਾਹਿਬ ਉਹਦੇ ਨਾਲ ਕਨਕਰ ਕੀਤੇ ਕਿ ਹਾਂ ਇਸ ਤਰ੍ਹਾਂ ਹੋਣਾ ਚਾਹੀਦਾ ਹੈ। ਫਿਰ ਇਸ ਦਾ ਹੋਰ ਵੀ ਨਤੀਜਾ ਇਹ ਹੈ ਕਿ ਉਸ ਤੋਂ ਬਾਅਦ ਫਿਰ 3-4 ਘੰਟੇ ਬਾਅਦ ਉੱਥੇ ਜਾ ਕੇ ਫਿਰ ਗੋਲੀ ਬਹਿਬਲ ਕਲਾਂ ਚੱਲਦੀ ਹੈ। ਹਾਂਜੀ, ਉੱਥੇ 2 ਬੰਦੇ ਮਰ ਜਾਂਦੇ ਨੇ। ਹਾਂਜੀ,
ਫਿਰ ਉਹ 2 ਸਾਲ ਦੇ ਤਕਰੀਬਨ ਬਾਦਲ ਸਾਹਿਬ ਦੀ ਸਰਕਾਰ ਰਹੀ, ਕਿਸੇ ਪੁਲਿਸ ਅਫਸਰ ਤੇ ਕੋਈ ਐਕਸ਼ਨ ਨਹੀਂ ਹੁੰਦਾ, ਉਹਨਾਂ ਨੂੰ ਸਾਰਿਆਂ ਨੂੰ ਪ੍ਰੋਟੈਕਟ ਕੀਤਾ ਜਾਂਦਾ ਹੈ, ਰਾਦਰ ਉਹਨਾਂ ਦੀਆਂ ਪ੍ਰਮੋਸ਼ਨਸ ਹੁੰਦੀਆਂ ਨੇ, ਮਤਲਬ ਕੁਝ ਵੀ ਨਹੀਂ ਕਾਰਵਾਈ ਹੋਈ। ਤੇ ਫਿਰ ਇਹ ਸਾਰਾ ਨਜ਼ਰੀਆ ਤੇ ਇਹੀ ਨਜ਼ਰ ਆਉਂਦਾ ਨਾ ਕਿ ਜੋ ਕੁਝ ਹੋਇਆ ਕਿ ਉਹਨਾਂ ਨੇ ਤਾਂ ਹੀ ਪ੍ਰੋਟੈਕਟ ਕੀਤਾ ਨਾ, ਅਦਰਵਾਈਜ਼ 2 ਮੌਤਾਂ ਦਾ ਜ਼ਿੰਮੇਵਾਰੀ ਤਾਂ ਕਿਸੇ ਨੂੰ ਦੇਣੀ ਚਾਹੀਦੀ ਸੀ। ਜੇ ਨਹੀਂ ਦਿੱਤੀ ਤੇ ਦਾ ਮਤਲਬ ਇਹੀ ਹੈ ਕਿ ਉਹ ਉਹਨਾਂ ਨੂੰ ਪ੍ਰੋਟੈਕਟ ਕਰ ਰਹੇ ਸੀ। ਪ੍ਰੋਟੈਕਟ ਇਸ ਕਰਕੇ ਕਰ ਰਹੇ ਸੀ ਕਿ ਜੇ ਉਹ ਕੁਝ ਕਾਰਵਾਈ ਲੈਂਦੇ ਤਾਂ ਉਹਨਾਂ ਨੇ ਕਹਿਣਾ ਸੀ ਤੁਹਾਨੂੰ ਤੇ ਪਤਾ ਸੀ ਸਾਰਾ ਕੁਝ ਅੱਗੇ ਆਉਂਦਾ, ਉਹ ਸਾਰੇ ਦੱਸਦੇ। ਇਸ ਕਰਕੇ ਸਾਰੇ ਇਹਨਾਂ ਨੇ ਮਿਲ ਕੇ ਕਨਸਪੀਰੇਸੀ ਕੀਤੀ ਹੈ ਸਾਰੀ। ਸਰ, ਜਦੋਂ ਤੁਸੀਂ ਕਮਿਸ਼ਨ ਤੁਹਾਡਾ ਬਣਾਇਆ ਗਿਆ ਸੀ ਜਸਟਿਸ ਰਣਜੀਤ ਸਿੰਘ ਕਮਿਸ਼ਨ, ਜਦੋਂ ਇੱਕ ਨਾਮ ਕੋਇਨ ਹੋਇਆ ਆ ਕੇ, ਉਹਦੇ ਬਾਅਦ ਉਸ ਤੋਂ ਪਹਿਲੇ ਜੋਰਾ ਸਿੰਘ ਕਮਿਸ਼ਨ ਜਿਹੜਾ ਸੀ ਉਹ ਬਣਿਆ ਸੀਗਾ, ਜਦੋਂ ਤੁਸੀਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਆਪਣੀ ਇਨਕੁਆਇਰੀ, ਰਾਦਰ ਆਈ ਵੁੱਡ ਲਵ ਟੂ ਯੂਜ਼ ਦਿਸ ਵਰਡ ਇਨਕੁਆਇਰੀ, ਜਦੋਂ ਤੁਸੀਂ ਯੂਜ਼ ਕੀਤਾ ਤੇ ਉਹ ਸ਼ੁਰੂ ਕੀਤੀ ਤੇ ਉਦੋਂ ਜੋਰਾ ਸਿੰਘ ਕਮਿਸ਼ਨ ਦੀ ਜਿਹੜੀ ਰਿਪੋਰਟ ਸੀ ਉਸ ਨੂੰ ਵੀ ਤੁਸੀਂ ਇੱਕ ਵਾਰੀ ਗੋ ਥਰੂ ਹੋਏ ਜਾਂ ਉਸ ਤੋਂ ਕੁਝ ਦੇਖਿਆ? ਡੈਫੀਨਿਟਲੀ ਕਈ ਵਾਰੀ ਜਦੋਂ ਵੀ ਫਾਈਲ ਕੋਈ ਹੁੰਦੀ ਹੈ, ਪਹਿਲੀ ਵਾਲੀ ਫਾਈਲ ਨੂੰ ਘੱਟੋ ਘੱਟ ਉਸ ਲਾਈਨ ਤੇ ਚਾਹੇ ਕੰਮ ਕੀਤਾ ਜਾਵੇ ਜਾਂ ਨਾ ਕੀਤਾ ਜਾਏ, ਈਵਨ ਡਾਕਟਰ ਵੀ ਪਹਿਲੀ ਪ੍ਰਿਸਕ੍ਰਿਪਸ਼ਨ ਦੇਖਦਾ ਜ਼ਰੂਰ ਹੈ। ਨਹੀਂ, ਮੈਂ ਉਸ ਕਮਿਸ਼ਨ ਤੇ ਮੇਰਾ ਕੋਈ ਇਨਫਲੂਐਂਸ ਨਹੀਂ ਸੀ। ਮੈਂ ਉਸ ਕਮਿਸ਼ਨ ਦੀ ਰਿਪੋਰਟ ਨੂੰ ਬਿਲਕੁਲ ਨਹੀਂ ਦੇਖਿਆ ਸੀ, ਨਾ ਹੀ ਮੈਂ ਗਵਾਹੀਆਂ ਦੇਖੀਆਂ ਸੀ। ਹਾਂ, ਕੁਝ ਉਸ ਨੂੰ ਦੇਖਿਆ ਗਿਆ ਸੀ, ਆਪਣੀ ਗਵਾਹੀਆਂ ਨੋਟ ਕਰਨ ਤੋਂ ਬਾਅਦ ਦੇਖਿਆ ਗਿਆ ਸੀ ਕੁਝ ਗਵਾਹੀਆਂ ਦੇ ਵਿੱਚ ਅੰਤਰ ਸੀ। ਜੀ, ਕੁਝ ਵਿਟਨੈਸਸ ਜੋ ਉੱਥੇ ਪੇਸ਼ ਹੋਏ ਸੀ ਉਹਨਾਂ ਦਾ ਰਿਕਾਰਡ ਕੀਤਾ ਗਿਆ ਸੀ, ਕੁਝ ਉਹੀ ਵਿਟਨੈਸ ਮੇਰੇ ਕੋਲ ਪੇਸ਼ ਹੋਏ ਸੀ, ਉਹਨਾਂ ਦੀ ਗਵਾਹੀ 'ਚ ਉੱਥੋਂ ਦੀ ਗਵਾਹੀ ਨਾਲੋਂ ਕਾਫੀ ਅੰਤਰ ਸੀ। ਉਸ ਅੰਤਰ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੂੰ ਕੁਐਸਚਨ ਕੀਤਾ ਗਿਆ ਸੀ, ਇਸ ਐਂਗਲ ਤੋਂ ਉਹਨਾਂ ਨੂੰ ਦੇਖਿਆ ਸੀ। ਅਦਰਵਾਈਜ਼ ਮੇਰੇ ਤੇ ਮੈਂ ਉਹਨਾਂ ਨੂੰ ਰਿਪੋਰਟ ਨੂੰ ਬਿਲਕੁਲ ਨਹੀਂ ਦੇਖਿਆ, ਨਾ ਉਹਨਾਂ ਦੀ ਗਵਾਹੀਆਂ ਨੂੰ ਦੇਖਿਆ ਸੀ। ਉਸ ਤੋਂ ਆਪਣਾ ਕੰਮ ਕਰਨ ਤੋਂ ਬਾਅਦ ਮੈਂ ਉਹਨੂੰ ਦੇਖਿਆ ਸੀ ਕਿ ਜੇ ਕੋਈ ਉਹਦੇ ਵਿੱਚ ਕੋਈ ਦੇਖਣ ਦੀ ਲੋੜ ਹੈ। ਪਰ ਮੇਰਾ ਕਮਿਸ਼ਨ ਤਾਂ ਇੰਟਾਇਰਲੀ ਡਿਫਰੈਂਟ ਐਸਪੈਕਟਸ ਦੇ ਉੱਤੇ ਸੀ, ਇਨ ਦਾ ਸੈਂਸ ਦੈਟ ਉਹਨਾਂ ਦੇ ਕੋਲ ਤਾਂ ਮਟੀਰੀਅਲ ਆਇਆ ਹੀ ਨਹੀਂ ਉਹ ਜਿਹੜਾ ਮੈਂ ਇਕੱਠਾ ਕੀਤਾ ਸੀ। ਜਿਸ ਤਰ੍ਹਾਂ ਕਿ ਉੱਥੋਂ ਦੀ ਜਿਹੜੀ ਕੋਟਕਪੂਰੇ ਦੀ ਇਨਸੀਡੈਂਟ ਉਹਨਾਂ ਨੇ ਕਿਹਾ ਸੀ ਜ਼ੋਰਾ ਸਿੰਘ ਕਮਿਸ਼ਨ ਨੇ ਕਿ ਮੈਨੂੰ ਉੱਥੋਂ ਦੀ CCTV ਫੁਟੇਜ ਨਹੀਂ ਮਿਲ ਸਕੀ, ਨਹੀਂ ਤੇ ਮੈਂ ਕੰਕਲੂਡ ਕਰ ਸਕਦਾ ਸੀ। ਜਿਹੜੀ ਮੈਂ ਪ੍ਰੋਕਿਓਰ ਕਰਕੇ ਫਿਰ ਮੈਂ ਦੇਖਿਆ, ਫਿਰ ਸਾਰੇ ਐਂਗਲਸ ਤੋਂ ਉਹਨੂੰ ਦੇਖਿਆ ਔਰ ਉੱਥੇ ਤਾਂ ਪਤਾ ਲੱਗਿਆ ਕਿ ਪੁਲਿਸ ਨੇ ਉੱਥੇ ਜ਼ਿਆਦਤੀ ਕੀਤੀ ਹੈ। ਉੱਥੇ ਲੋਕੀ ਸ਼ਾਂਤਮਈ ਬੈਠੇ ਸੀ, ਪਾਠ ਕਰ ਰਹੇ ਸੀ, ਪੁਲਿਸ ਨੇ ਜਾ ਕੇ ਧੱਕਾ ਕੀਤਾ ਉਹਨਾਂ ਨਾਲ ਔਰ ਗੋਲੀਆਂ ਚਲਾਈਆਂ ਔਰ ਕਾਫੀ ਉੱਥੇ ਮਤਲਬ ਮਾਹੌਲ ਜਿਹੜਾ ਸੀ ਪੁਲਿਸ ਦੀ ਜ਼ਿੰਮੇਵਾਰੀ ਤਾਂ ਹੀ ਫਿਕਸ ਕੀਤੀ ਗਈ ਸੀ। ਸਰ, ਜਿੱਥੋਂ ਤੱਕ ਗੱਲ ਕੀਤੀ ਜਾਏ ਤਾਂ ਕੱਲ ਪਰਸੋਂ ਤੁਸੀਂ ਖਬਰਾਂ ਦੇਖ ਸੁਣ ਰਹੇ ਹੋਣੇ ਹੋ, ਜੇ ਜਿਨ੍ਹਾਂ ਦਾ ਨਾਮ ਲਿਆ ਗਿਆ ਹੈ, ਸੁਖਬੀਰ ਬਾਦਲ ਦਾ ਵੀ ਨਾਮਜ਼ਦ ਹੋਏ ਨੇ, ਤੇ ਉਹਨਾਂ ਨੇ ਸਾਫ਼ ਕਿਹਾ ਕਿ ਮੈਂ ਤਾਂ ਕੰਟਰੀ 'ਚ ਹੀ ਨਹੀਂ ਸੀਗਾ। ਉਹਨਾਂ ਦਾ ਪਹਿਲੇ ਵੀ ਇਹੀ ਸਟੈਂਡ ਸੀ, ਹੁਣ ਵੀ ਇਹੀ ਸਟੈਂਡ ਹੈ। ਦੂਸਰੇ ਪਾਸੇ ਸੁਖਪਾਲ ਖਹਿਰਾ ਜਿਹੜੇ ਨੇ ਕਾਂਗਰਸ ਦੇ ਆਗੂ ਨੇ, ਉਹਨਾਂ ਨੇ ਵੀ ਇੱਕ ਗੱਲ ਕਹੀ ਹੈ ਕਿ ਬਾਕੀ ਸਾਰੀਆਂ ਗੱਲਾਂ ਠੀਕ ਨੇ ਪਰ ਹਜੇ ਇੱਕ ਕੜੀ ਨੂੰ ਹਜੇ ਵੀ ਛੋਇਆ ਨਹੀਂ ਗਿਆ। ਰਾਮ ਰਹੀਮ ਦੀ ਜਿਹੜੀ ਹੈਗੀ ਹੈ ਇੰਡਲਜੈਂਸ ਜਾਂ ਉਹਦੀ ਕਿਤੇ ਨਾ ਕਿਤੇ ਜੇ ਲਿੰਕ ਜੁੜਦਾ ਹੈਗਾ ਤੇ ਉਸ ਕੜੀ ਨੂੰ ਹਜੇ ਕੁਝ ਮਤਲਬ ਉਹਦੇ ਵੱਲ ਨਹੀਂ ਧਿਆਨ ਦਿੱਤਾ ਗਿਆ। ਕੀ ਕਹੋਗੇ ਇਸ ਤੇ? ਤੁਹਾਡੀ ਫਾਈਂਡਿੰਗਸ 'ਚ ਸੀਗਾ? ਹਾਂ, ਮੇਰੀ ਬਿਲਕੁਲ ਡੈਫੀਨੇਟ ਫਾਈਂਡਿੰਗ ਹੈ ਜੀ ਕਿ ਇਹ ਜਿਹੜੀ ਬੇਅਦਬੀ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਰਾਮ ਰਹੀਮ ਦੀ ਸਾਰੀ ਹੈ। ਉਹਨਾਂ ਨੇ ਸਾਜ਼ਿਸ਼ ਸੀ, ਉਹਨਾਂ ਨੇ ਇਹ ਕਰਵਾਈ ਹੈ। ਹਾਂ, ਰਾਮ ਰਹੀਮ ਨੂੰ ਇਨਵੈਸਟੀਗੇਟ ਕਰਨਾ, ਪੁਲਿਸ ਵਾਸਤੇ ਉਹਨੂੰ ਸੱਦਣਾ ਇੱਕ ਜ਼ਰੂਰੀ ਹੈ। ਹਾਂ, ਉਹਨੂੰ ਨਾਮਜ਼ਦ ਕੀਤਾ ਗਿਆ ਹੈ, ਸ਼ਾਇਦ 1-2 ਵਾਰੀ ਉਹਨੂੰ ਸਵਾਲ ਵੀ ਕੀਤੇ, ਕੁਐਸਚਨ ਵੀ ਕੀਤੇ ਗਏ ਨੇ, ਬਟ ਉਹਦੀ ਜਿਹੜੀ ਵੀ ਕੁਐਸਚਨਿੰਗ ਹੋਈ ਹੈ ਨਾ ਉਹ ਹਮੇਸ਼ਾ ਪ੍ਰੋਟੈਕਟਿਵ ਕਸਟਡੀ 'ਚ ਹੋਈ ਹੈ। ਉਹਨੂੰ ਇਸ ਤਰ੍ਹਾਂ ਜਿਹੜੀ ਪੁਲਿਸ ਇਨਵੈਸਟੀਗੇਸ਼ਨ ਹੈ ਜਿੱਦਾਂ ਬੁਲਾ ਕੇ ਉਹਨੂੰ ਉਸ ਤਰ੍ਹਾਂ ਨਹੀਂ ਕੀਤਾ ਗਿਆ। ਉਹ ਤਾਂ ਮੇਰੇ ਹਿਸਾਬ ਨਾਲ ਗਵਰਨਮੈਂਟ ਦਾ ਪ੍ਰੋਟੈਕਟ ਹੀ ਹੈ। ਉਹਨੂੰ ਇੰਨੀਆਂ ਫੈਸਿਲਿਟੀਜ਼ ਦਿੱਤੀਆਂ ਜਾਂਦੀਆਂ ਨੇ, ਹਰ ਤੀਜੇ ਚੌਥੇ ਮਹੀਨੇ ਬਾਅਦ 14-40 ਦਿਨ ਦੀ ਪਰੋਲ ਮਿਲ ਜਾਂਦੀ ਹੈ ਉਹਨੂੰ। ਇਹ ਇੱਕ ਬੜੀ ਅਨਫੋਰਚੂਨੇਟ ਮੰਦਭਾਗੀ ਗੱਲ ਹੈ। ਆਮ ਲੋਕੀ ਪਰੋਲ ਵਾਸਤੇ ਤਰਸਦੇ ਨੇ ਤੇ ਜਾ ਕੇ ਹਾਈ ਕੋਰਟਾਂ 'ਚੋਂ ਪਰੋਲਾਂ ਮਿਲਦੀਆਂ ਨੇ ਔਰ ਉਹਨੂੰ ਡਿਪਟੀ ਕਮਿਸ਼ਨਰ ਦੇ ਲੈਵਲ ਤੇ 40-40 ਦਿਨ ਦੀ ਪਰੋਲ, ਫਿਰ ਉਹ ਆਪਣਾ ਪਰੋਲ ਨੂੰ ਬਿਲਕੁਲ ਮਿਸਯੂਜ਼ ਕਰਦਾ ਹੈ। ਮੇਰਾ ਮਤਲਬ ਕਹਿਣ ਦਾ ਇਹ ਹੈ ਕਿ ਉਹ ਗਵਰਨਮੈਂਟ ਪ੍ਰੋਟੈਕਟ ਹੀ ਹੈ, ਇਸ ਕਰਕੇ ਉਹਦੀ ਇਨਵੈਸਟੀਗੇਸ਼ਨ ਜਿਹੜੀ ਹੈ ਨਾ ਉਹ ਬੜੀ ਲਾਜ਼ਮੀ ਹੈ। ਤਾਂ ਹੀ ਇਹ ਜਾ ਕੇ ਜਿਹੜੀ ਮੇਰੀ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਸੀ ਉਹ ਬਿਲਕੁਲ ਉਹਦੇ ਲੈਵਲ ਤੱਕ ਜਾਂਦੀ ਸੀ ਗੱਲ ਕਿ ਇਹ ਜਿਹੜੀ ਸਾਰੀ ਬੇਅਦਬੀ ਦੀ ਸਾਜ਼ਿਸ਼ ਜਿਹੜੀ ਸ਼ੁਰੂ ਹੋਈ ਉਹਦੇ ਜਿਹੜੇ ਰਾਈਟ ਹੈਂਡ ਮੈਨ ਸੀ ਉੱਥੋਂ ਚੱਲਦੀ ਹੈ। ਅਸੀਂ ਉਸ ਵੇਲੇ ਤੱਕ ਤੇ ਕਮਿਸ਼ਨ ਉਹਨੂੰ ਨਹੀਂ ਸੱਦ ਸਕਿਆ, ਬਟ ਪੁਲਿਸ ਇਨਵੈਸਟੀਗੇਸ਼ਨ 'ਚ ਕਿਆ ਆਉਣਾ ਚਾਹੀਦਾ, ਸਾਹਮਣੇ ਆਉਣਾ ਚਾਹੀਦਾ। ਇਹ ਕੜੀ ਮੇਰੇ ਹਿਸਾਬ ਨਾਲ ਇਹ ਵੀ ਜੋੜਨੀ ਚਾਹੀਦੀ ਹੈ। ਜੀ।
ਸਰ ਪਰ ਇਸ ਵੇਲੇ ਮੈਂ ਤੁਹਾਡੇ ਤੋਂ ਸਮਝਣਾ ਚਾਹਾਂਗੀ ਲੀਗਲ ਪਰਸਪੈਕਟਿਵ ਦੇ ਹਿਸਾਬ ਦੇ ਨਾਲ ਜਿਹੜਾ ਹੁਣ ਐਸਐਮ ਕੋਟਕਪੂਰਾ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ, ਬਰਗਾੜੀ ਵਾਲਾ ਇੱਕ ਹੋਰ ਹਿੱਸਾ ਹੈਗਾ ਹੈ। ਉਹਦੇ ਬਾਅਦ ਜਿਹੜਾ ਬੇਅਦਬੀਆਂ ਵਾਲੀ ਗੱਲ ਹੈ ਉਹ ਇੱਕ ਹੋਰ ਹਿੱਸਾ ਹੈ। ਮਤਲਬ ਤਿੰਨ ਡਿਫਰੈਂਟ ਕੇਸਿਸ ਨੇ ਤੇ ਡਿਫਰੈਂਟ ਇਹਦੇ ਵਿੱਚ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਐਫਆਈਆਰ ਕੱਟੀਆਂ ਹੋਈਆਂ ਨੇ। ਤੇ ਹੁਣ ਕੋਟਕਪੂਰਾ ਦੇ ਵਿੱਚ ਕਿੰਨਾ ਕੁ ਰੈਲੇਵੈਂਟ ਹੈਗਾ ਰਾਮ ਰਹੀਮ ਦੀ ਵਾਲੀ ਗੱਲ ਨੂੰ? ਨਹੀਂ, ਕੋਟਕਪੂਰਾ ਦੇ ਵਿੱਚ ਜਿਹੜਾ ਨਾ ਉਹ ਸਿਰਫ ਗੋਲੀकांड ਦਾ ਮਾਮਲਾ ਹੈ, ਜੀ ਬਿਲਕੁਲ, ਪੁਲਿਸ ਐਕਸ਼ਨ ਦਾ। ਉੱਥੇ ਕੋਈ ਬੇਅਦਬੀ ਨਾ, ਉਹ ਬੇਅਦਬੀ ਦੀ ਕਾਰਨ ਉੱਥੇ ਬੈਠੇ ਸੀ ਲੋਕੀ ਆ ਕੇ ਤੇ ਆਪਣਾ ਪ੍ਰੋਟੈਸਟ ਕਰ ਰਹੇ ਸੀ, ਇਸ ਕਰਕੇ ਰੈਲੇਵੈਂਟ ਹੈ। ਪਰ ਜਿਹੜਾ ਬੇਅਦਬੀ ਜਿਹੜੀ ਹੈ ਨਾ ਉਹ ਤਾਂ ਉੱਥੋਂ ਸ਼ੁਰੂ ਹੁੰਦੀ ਹੈ, ਬੁਰਜਵਾਰ ਸਿੰਘ ਵਾਲੇ ਤੋਂ, ਹਾਂਜੀ, ਜੂਨ ਦੇ ਵਿੱਚ ਹੁੰਦੀ ਹੈ। ਫਿਰ ਇਹ ਜਿਹੜੀ ਪ੍ਰੋਟੈਕਸ਼ਨ ਜਿਹੜੀ ਉਹਨੂੰ ਦਿੱਤੀ ਗਈ, ਜਿਹੜਾ ਉਹਨੂੰ ਮਾਫੀ ਜਿਹੜੀ 2007 ਵਾਲਾ ਇਨਸੀਡੈਂਟ ਸੀ ਜਿਹਦੇ ਕਰਕੇ ਉਹਨੂੰ ਐਕਸਕਮਿਊਨੀਕੇਟ ਕੀਤਾ ਗਿਆ ਸੀ, ਉੱਥੋਂ ਉਹਨੂੰ ਛੇਦਿਆ ਗਿਆ ਸੀ, ਉਹਦਾ ਬਾਈਕਾਟ ਕੀਤਾ ਗਿਆ ਸੀ, ਉਸ ਦੀ ਜਿਹੜੀ ਮਾਫੀ ਹੈ ਉਹ ਵੀ ਇੱਕ ਬੜੇ ਹੀ ਵਿਲੱਖਣ ਤਰੀਕੇ ਨਾਲ ਹੋਈ ਹੈ। ਚੀਫ ਮਿਨਿਸਟਰ ਆਪਣਾ ਜਥੇਦਾਰ, ਅਕਾਲ ਤਖਤ ਦੇ ਜਥੇਦਾਰ ਤੇ ਜਾਂ ਹੋਰ ਜਥੇਦਾਰਾਂ ਨੂੰ ਆਪਣੇ ਘਰ ਸੱਦਦੇ ਨੇ, ਵਿਚ ਇਜ਼ ਅਨਪ੍ਰੈਸੀਡੈਂਟਡ, ਕਦੀ ਹੋਇਆ ਹੀ ਨਹੀਂ। ਉਹਨਾਂ ਨੂੰ ਸੱਦ ਕੇ ਕਹਿੰਦੇ ਨੇ ਜਾ ਕੇ ਇਹਨਾਂ ਨੂੰ ਮਾਫੀ ਦਿਓ, ਉੱਤੇ ਸੁਖਬੀਰ ਬਾਦਲ ਹਾਜ਼ਰ ਹੈ। ਤਾਂ ਮਤਲਬ ਇਹ ਸਾਰੀ ਜਿਹੜੀ ਸਾਜ਼ਿਸ਼ ਹੈ ਨਾ ਇਹ ਉੱਥੋਂ ਸ਼ੁਰੂ ਹੁੰਦੀ ਹੈ। ਜੇ ਉਹਨੂੰ ਮਾਫੀ ਨਾ ਦਿੰਦੇ ਪਰਹੈਪਸ ਇਹ ਕੁਝ ਹੁੰਦਾ ਹੀ ਨਾ। ਮਤਲਬ ਮਾਫੀ ਦਿੱਤੀ, ਫਿਰ ਇਨਸੀਡੈਂਟ ਹੋਏ, ਫਿਰ ਉਹ ਫਿਲਮ ਰਿਲੀਜ਼, ਕਈ ਗੱਲਾਂ ਸਾਰੀਆਂ ਜੁੜ ਕੇ ਉਹ ਉਹਨੂੰ ਪ੍ਰੋਟੈਕਟ ਕਰਦੇ ਇਹਨਾਂ ਨੇ ਆਪਣਾ ਸਾਰਾ ਜਿਹੜਾ ਨਾ ਸਿੱਖੀ ਦਾ ਨੁਕਸਾਨ ਕੀਤਾ, ਸਾਰਾ ਜਿਹੜਾ ਉੱਥੇ ਮਾਹੌਲ ਦਾ ਨੁਕਸਾਨ ਕੀਤਾ, ਜਿਹੜਾ ਸਾਰਾ ਮਾਹੌਲ ਵਿਗੜਿਆ ਪੰਜਾਬ ਸਟੇਟ ਦਾ, ਉਹ ਸਾਰਾ ਇਹ ਜ਼ਿੰਮੇਵਾਰੀ ਜਿਹੜੀ ਬਣਦੀ ਹੈ। ਸਰ ਇੰਨੀਆਂ ਸਾਰੀਆਂ ਗੱਲਾਂ ਬਾਤਾਂ ਦੇ ਵਿੱਚ ਕਿਤੇ ਇੱਕ ਬਾਲੀਵੁੱਡ ਸਟਾਰ ਦਾ ਨਾਮ ਵੀ ਆਇਆ ਸੀਗਾ, ਖਾਸ ਕਰਕੇ ਜੋ ਫਿਲਮ ਦੀ ਗੱਲ ਆਉਂਦੀ ਹੈ, ਐਮਐਸਜੀ ਦੀ ਗੱਲ ਆਉਂਦੀ ਹੈ, ਉੱਥੇ ਵੀ ਜਾ ਕੇ ਗੱਲਬਾਤ ਕਰਨ ਦੀ ਗੱਲ, ਇਹ ਸਾਰੀਆਂ ਚੀਜ਼ਾਂ ਵੀ ਆਈਆਂ ਸੀਗੀਆਂ। ਉਹ ਵੀ ਕਿਤੇ ਤੁਹਾਡੀ ਫਾਈਂਡਿੰਗਸ 'ਚ ਕਿਤੇ ਕੋਈ ਨਾ ਕੋਈ ਕਨੈਕਸ਼ਨ ਉਸ ਨੂੰ ਵੀ ਤੁਸੀਂ ਦੇਖਿਆ? ਹਾਂ, ਸਾਡੇ ਕੋਲ ਇੱਕ ਐਵੀਡੈਂਸ ਆਈ ਸੀ। ਉਹ ਇੱਕ ਐਕਸ ਐਮਐਲਏ ਸੀ ਜਲਾਲ ਸਾਹਿਬ, ਉਹਨਾਂ ਨੇ ਕੁਝ ਇਸ ਬਾਰੇ ਬਿਆਨ ਕੀਤਾ ਸੀਗਾ, ਪਰ ਉਹ ਪੁਖਤਾ ਨਹੀਂ ਆ ਸਕਿਆ। ਤੇ ਮੇਰੀ ਫਾਈਂਡਿੰਗ ਇਹ ਹੈ ਕਿ ਉਹ ਹੇਅਰਸੇ 'ਚ ਰਹਿ ਗਈ ਰੀਜਨ ਵਿੱਚ। ਮੇਰੀ ਆਪਣੀ ਫਾਈਂਡਿੰਗ 'ਚ ਮੈਂ ਲਿਖਿਆ, ਕਿਉਂਕਿ ਉਹਨਾਂ ਨੂੰ ਅਸੀਂ ਦੁਬਾਰਾ ਸੱਦਿਆ ਸੀ, ਉਹ ਫਿਰ ਆਏ ਨਹੀਂ ਸੀ। ਉਹ ਹੇਅਰਸੇ ਦੇ ਬੇਸਿਸ ਤੇ ਕਹਿ ਕੇ ਗਏ ਸੀ ਇਹ ਗੱਲਾਂ, ਤੇ ਇਸ ਕਰਕੇ ਅਸੀਂ ਉਸ ਨੂੰ ਨਹੀਂ, ਬਾਅਦ ਵਿੱਚ ਮੇਰਾ ਖਿਆਲ ਸਿੱਟ ਨੇ ਉਹਨੂੰ ਬੁਲਾਇਆ ਸੀ। ਉਸ ਦਾ ਕੀ ਨਤੀਜਾ ਨਿਕਲਿਆ ਮੇਰੇ ਕੋਈ ਨੌਲੇਜ 'ਚ ਨਹੀਂ ਹੈ। ਸਰ ਐਜ਼ ਅ ਜਸਟਿਸ ਤੁਸੀਂ, ਕਿਉਂਕਿ ਬਹੁਤ ਸਾਰੇ ਕੇਸ ਜਿਹੜੇ ਨੇ ਉਹ ਇੱਕ ਆਨਰੇਬਲ ਜੱਜ ਦੀ ਤਰ੍ਹਾਂ ਤੁਸੀਂ ਹਮੇਸ਼ਾ ਉਹਨਾਂ ਦਾ ਨਿਤਾਰਾ ਕੀਤਾ ਹੈ। ਉਹਦੇ ਵਿੱਚ ਬਹੁਤ ਵੱਡੀਆਂ ਗੱਲਾਂ ਹੁੰਦੀਆਂ, ਕਿਉਂਕਿ ਕੇਸ ਲੱਗਣਾ, ਲੋਕਾਂ ਦੇ ਵਿੱਚ ਐਕਿਊਜ਼ੇਸ਼ਨ ਹੋਣਾ, ਫਿਰ ਉਹਦੇ ਬਾਅਦ ਪ੍ਰੋਸੀਡਿੰਗਸ ਹੋਣਾ, ਫਿਰ ਕਨਵਿਕਸ਼ਨਸ ਹੋਣਾ, ਇੱਕ ਲੰਮਾ ਲੀਗਲ ਐਸਪੈਕਟ ਹੈਗਾ। ਤੇ ਸਾਡੇ ਇੱਥੇ ਖਾਸ ਕਰਕੇ ਜੇ ਭਾਰਤ ਦੀ ਗੱਲ ਕਰੀਏ ਜਾਂ ਸਾਡੇ ਦੇਸ਼ ਦੀ ਗੱਲ ਕਰੀਏ, ਲੀਗਲ ਪ੍ਰੋਸੀਜਰ ਬਹੁਤ ਲੰਬਾ ਹੈਗਾ। ਇਹਨੂੰ ਵੀ ਬਹੁਤ ਸਾਲ ਹੋ ਗਏ ਲਟਕ ਰਿਹਾ, ਔਰ ਖਾਸ ਕਰਕੇ ਇਹ ਇੱਕ ਰਿਲੀਜੀਅਸ ਸੈਂਟੀਮੈਂਟ ਦੇ ਨਾਲ ਲੋਕਾਂ ਨੇ ਇਸ 'ਤੇ ਸ਼ਹੀਦੀਆਂ ਵੀ ਪਾਈਆਂ, ਤੇ ਨਾਲ ਹੀ ਇਹਦੇ ਵਿੱਚ ਲੰਮੇ ਉਹਨਾਂ ਨੇ ਜਦੋਜਹਿਦ ਵੀ ਕੀਤੀ। ਹਜੇ ਤੱਕ ਵੀ ਮੋਰਚਾ ਜਿਹੜਾ ਸੀਗਾ ਉਹ ਲੱਗਿਆ ਹੋਇਆ ਸੀ। ਕੱਲ੍ਹ ਉਹਨਾਂ ਨੇ ਧੰਨਵਾਦ ਕੀਤਾ, ਡਿਫਰੈਂਟ ਗੱਲ ਹੈਗੀ ਹੈ। 2-3 ਸਰਕਾਰਾਂ ਲੰਘ ਗਈਆਂ, ਇਹ ਸਰਕਾਰ ਨੇ ਆਪਣਾ ਸਟੈਪ ਚੱਕਿਆ। ਅੱਜ ਮੁੱਖ ਮੰਤਰੀ ਫਾਜ਼ਿਲਕਾ ਸੀਗੇ, ਉਹਨਾਂ ਫਿਰ ਵੀ ਕਹਿ ਰਹੇ ਸੀਗੇ ਕਿ ਜ਼ਰੂਰ ਜਿਹੜੇ ਨੇ ਜਸਟਿਸ ਇਸ 'ਤੇ ਦਵਾਇਆ ਜਾਏਗਾ। ਤੁਸੀਂ ਐਜ਼ ਅ ਜਸਟਿਸ, ਆਨਰੇਬਲ ਜੱਜ, ਕੀ ਵਾਕਈ ਜਸਟਿਸ ਮਿਲੇਗਾ ਇਸ 'ਚ? ਤੁਹਾਨੂੰ ਲੱਗਦਾ ਕਿ ਅਲਟੀਮੇਟਲੀ ਮਿਲੇਗਾ ਜਸਟਿਸ? ਦੇਖੋ ਜੀ, ਇੱਕ ਸੇਇੰਗ ਹੈ, ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਡਿਲੇ ਤਾਂ ਇਹਦੇ 'ਚ ਹੋ ਗਈ ਹੈ। ਉਹਦੇ ਕਈ ਕਾਰਨ ਨੇ। ਪਹਿਲਾ ਕਾਰਨ ਤਾਂ ਇਹ ਸੀ ਕਿ ਉਹ ਗੌਰਮੈਂਟ ਜਿਹਦੇ ਟਾਈਮ 'ਤੇ ਬੇਅਦਬੀਆਂ ਹੋਈਆਂ, ਉਹ 2 ਸਾਲ ਉਹਨਾਂ ਨੇ ਇਹਦੇ ਬਾਰੇ ਕੋਈ ਐਕਸ਼ਨ ਨਹੀਂ ਲਿਆ। ਉਸ ਤੋਂ ਬਾਅਦ ਸਰਕਾਰ ਚੇਂਜ ਹੋਈ। ਸਰਕਾਰ ਚੇਂਜ ਨੇ ਪਹਿਲਾਂ ਕਮਿਸ਼ਨ ਅਪਾਇੰਟ ਕੀਤਾ, ਫਿਰ SITs ਬਣੀਆਂ, ਕੁਝ ਕੋਰਟਸ ਦੀ ਇੰਟਰਫੇਰੈਂਸ ਹੋ ਗਈ, ਇਸ ਕਰਕੇ ਕਾਫੀ ਡਿਲੇ ਹੋ ਗਿਆ। ਜਦੋਂ ਡਿਲੇ ਹੋ ਜਾਂਦੀ ਹੈ ਕਿਸੇ ਵੀ ਕੇਸ ਦੇ ਵਿੱਚ, ਉਹਦੇ ਸਬੂਤ ਜਿਹੜੇ ਨੇ ਨਾ ਉਹ ਥੋੜੇ ਮੱਧਮ ਪੈ ਜਾਂਦੇ ਆ। ਡਿਲੇ ਹੁੰਦਾ ਤੇ ਡਾਇਲੂਟ ਵੀ ਹੁੰਦਾ। ਡਿਲੂਟ ਇਸੇ ਕਰਕੇ ਕਿਹਾ ਜਾਂਦਾ ਨਾ ਕਿ ਜਦੋਂ ਡਿਲੇ ਹੋ ਜਾਂਦੀ ਹੈ, ਜਿਸ ਤਰ੍ਹਾਂ ਕਈ ਗਵਾਹ ਹੁਣ ਤੱਕ ਖਤਮ ਹੋ ਚੁੱਕੇ ਨੇ, ਮਰ ਗਏ ਨੇ, ਉਹ ਨੈਚੁਰਲ ਡੈਥਸ ਹੋ ਗਈਆਂ ਉਹਨਾਂ ਦੀਆਂ। ਤਾਂ ਇਸ ਕਰਕੇ ਜਸਟਿਸ ਤਾਂ ਥੋੜ੍ਹਾ ਜਿਹਾ ਡਿਫਿਕਲਟ ਹੈ, ਪਰ ਫਿਰ ਵੀ ਇੰਪੋਸੀਬਲ ਨਹੀਂ ਹੈ। ਜੇ ਹੁਣ ਵੀ ਐਫਰਟ ਕੀਤਾ ਜਾਵੇ, ਜੇ ਪੁਲਿਸ ਨੇ ਜਿਸ ਤਰ੍ਹਾਂ ਚਲਾਨ ਪੇਸ਼ ਕੀਤਾ ਹੈ ਉਸ ਨੂੰ ਅਗਰ ਕੋਰਟ ਦੇ ਸਾਹਮਣੇ ਲਿਆਂਦਾ ਜਾਵੇ, ਤੇ ਮੇਰਾ ਖਿਆਲ 'ਚ ਜਸਟਿਸ ਮਿਲ ਸਕਦਾ ਹੈ, ਜੋ ਕਾਫੀ ਡਿਲੇ ਹੋ ਗਿਆ। ਬਹੁਤ ਬਹੁਤ ਧੰਨਵਾਦ ਸਰ। ਮਿਹਰਬਾਨੀ, ਸ਼ੁਕਰੀਆ ਜੀ। ਇਹ ਸਾਡੇ ਨਾਲ ਸੀਗੇ ਰਿਟਾਇਰਡ ਜਸਟਿਸ ਰਣਜੀਤ ਸਿੰਘ ਕਮਿਸ਼ਨ ਹੈਡ ਕੀਤਾ ਸੀ ਇਹਨਾਂ ਨੇ। ਰਿਪੋਰਟ ਪਹਿਲੇ ਵੀ ਕਾਫੀ ਥੋੜੀ ਕਰਕੇ ਬਾਹਰ ਆਈ ਹੈਗੀ ਹੈ, ਪਰ ਹੁਣ ਇਹਨਾਂ ਨਾਲ ਗੱਲ ਕਰਨਾ ਦੁਬਾਰਾ ਤੋਂ ਇਸ ਕਰਕੇ ਰੈਲੇਵੈਂਟ ਹੋ ਜਾਂਦਾ ਸੀ ਕਿਉਂਕਿ ਵੱਡੇ ਨਾਮ ਜਿਹੜੇ ਨੇ ਨਾਮਜ਼ਦ ਕੀਤੇ ਗਏ ਨੇ ਕੋਟਕਪੂਰਾ ਗੋਲੀकांड ਕੇਸ ਦੇ ਵਿੱਚ, ਤੇ ਉਹ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਦੇ ਨਾਮ ਨੇ, ਉਸ ਦੇ ਨਾਲ ਹੀ ਸਾਬਕਾ DGP ਦੇ ਵੀ।
ਔਰ ਇਹ ਬਹੁਤ ਵੱਡੀ ਜਦੋਜਹਿਦ ਸੀਗੀ, ਕਿਉਂਕਿ ਇਸ ਦੇ ਪਿੱਛੇ ਕਈ ਸਰਕਾਰਾਂ ਆਈਆਂ ਔਰ ਪਿਛਲੀ ਸਰਕਾਰ ਨੇ ਵੀ ਹਾਰ ਖਾਈ ਇਸ ਤੋਂ। ਇਸ ਸਰਕਾਰ ਨੇ ਕੋਸ਼ਿਸ਼ ਕੀਤੀ ਔਰ ਕਹਿ ਰਹੇ ਨੇ ਕਿ ਅਸੀਂ ਜਸਟਿਸ ਦਵਾ ਕੇ ਰਵਾਂਗੇ, ਪਰ ਨਾ ਕਰਦੇ, ਕਿਉਂਕਿ ਜਸਟਿਸ ਰਣਜੀਤ ਸਿੰਘ ਜਿਹੜੇ ਨੇ ਉਹ ਆਪ ਜੱਜ ਰਹੇ ਨੇ। ਲੀਗਲ ਪਰਸਪੈਕਟਿਵ ਤੋਂ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਹੈਗਾ ਕਿ ਜਿਹੜਾ ਜਸਟਿਸ ਜੇ ਡਿਲੇ ਹੋ ਜਾਏ ਤਾਂ ਡਿਨਾਈ ਵਰਗੀ ਹਾਲਤ ਹੋ ਜਾਂਦੀ ਹੈ, ਪਰ ਫਿਰ ਵੀ ਜਿਹੜੀ ਆਸ਼ਾ ਦੀ ਕਿਰਨ ਜਿਹਨੂੰ ਕਹਿੰਦੇ ਹੋਪ ਸਸਟੇਨਸ ਲਾਈਫ, ਇਸ ਕਰਕੇ ਜੇ ਹੁਣ ਵੀ ਨਾਮਜ਼ਦ ਹੋਏ ਹੈ ਤਾਂ ਉਹਨਾਂ ਦਾ ਇਹ ਵੀ ਮੰਨਣਾ ਹੈਗਾ ਕਿ ਜਸਟਿਸ ਇਸ 'ਚ ਮਿਲ ਸਕਦਾ ਹੈ। ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ, ਚੰਡੀਗੜ੍ਹ। ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ। ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ सिर्फ लोकां दी गल। धर्म, धरोहर, सेहत और संस्कृति की होगी बात। अब D5 चैनल हिंदी भी होगा सर। D5 चैनल पंजाबी, अपनी धरती, अपने लोक। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।